ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਉਪਰਾਲਾ 2021-22 ਲਰਨਿੰਗ ਪਲੱਸ ਪ੍ਰਾਈਜ਼es। ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਅਸੀਂ ਜੋ ਸ਼ਬਦ ਦੀ ਵਿਚਾਰ ਕਰਨੀ ਹੈ, ਆਓ ਸਭ ਤੋਂ ਪਹਿਲਾਂ ਉਸਦੇ ਉਚਾਰਨ ਵੱਲ ਧਿਆਨ ਦਈਏ ਜੀ। ਆਸਾ ਮਹਿਲਾ ਪੰਜਵਾ। ਸਤਿਗੁਰ ਆਪਣਾ ਸਦ ਸਦਾ ਸੰਹਾਰੇ, ਗੁਰ ਕੇ ਚਰਨ ਕੇਸ ਸੰਗ ਝਾਰੇ। ਜਾਗ ਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ। ਝੂਠਾ ਮੋਹ ਮਿਥਿਆ ਪਸਾਰੇ ਰਹਾਓ। ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁਖ ਜਾਏ। ਗੁਰ ਬਿਨ ਦੂਜਾ ਨਾਹੀ ਥਾਉ, ਗੁਰ ਦਾਤਾ ਗੁਰ ਦੇਵੈ ਨਾਉ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰ ਜਾ। ਸਭ ਤੋਂ ਪਹਿਲਾਂ ਅਸੀਂ ਜੋ ਇਹਦਾ ਸਿਰਲੇਖ ਹੈ ਉਹਨੂੰ ਸਮਝੀਏ। ਆਸਾ ਮਹਿਲਾ ਪੰਜਵਾ। ਸਭ ਤੋਂ ਪਹਿਲਾਂ ਜੋ ਆਇਆ ਹੈ ਆਸਾ, ਇਹ ਰਾਗ ਦਾ ਨਾਮ ਹੈ। ਭਾਵ ਇਹ ਜੋ ਸ਼ਬਦ ਹੈ ਉਹ ਰਾਗ ਆਸਾ ਵਿੱਚ ਦਰਜ ਹੈ। ਮਹਿਲਾ ਪੰਜਵਾ ਭਾਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੀ ਇਹ ਰਚਨਾ ਹੈ। ਇਹ ਸ਼ਬਦ ਉਹਨਾਂ ਵੱਲੋਂ ਦਰਜ ਕੀਤਾ ਗਿਆ ਹੈ। ਆਓ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਤੁਕ ਆਈ ਹੈ ਉਹ ਹੈ ਜੀ, ਸਤਿਗੁਰ ਆਪਣਾ ਸਦ ਸਦਾ ਸੰਹਾਰੇ। ਇੱਥੇ ਸਾਨੂੰ ਸਭ ਤੋਂ ਪਹਿਲਾਂ ਤੇ ਉਚਾਰਨ ਦਾ ਧਿਆਨ ਦੇਣਾ ਹੈ, ਕਿਉਂਕਿ ਜੋ ਤੁਕ ਹੈ ਉਹਦੇ ਵਿੱਚ ਜੋ ਸੰਹਾਰੇ ਵਰਡ ਆਇਆ ਹੈ ਨਾ, ਉਹ ਉਹਦੇ ਧਿਆਨ ਨਾਲ ਅਸੀਂ ਸਮਝਾਂਗੇ। ਤੇ ਮੰਮੇ ਦੇ ਪੈਰ ਵਿੱਚ ਹਲੰਤ ਹੈ, ਉਹਦਾ ਉਚਾਰਨ ਹਾਹਾ ਹੁੰਦਾ ਹੈ। ਤਾਂ ਉਹਨੂੰ ਅਸੀਂ ਪੜਾਂਗੇ ਸੰਹਾਰੇ। ਸਤਿਗੁਰ ਆਪਣਾ ਸਦ ਸਦਾ ਸੰਹਾਰੇ। ਸਤਿਗੁਰ ਭਾਵ ਜਿਵੇਂ ਅਸੀਂ ਪੜ੍ਹਦੇ ਹਾਂ ਸਤ ਨਾਮ ਹੈ ਨਾ, ਉਹਦਾ ਨਾਮ ਸੱਚਾ ਹੈ, ਉਹਦਾ ਨਾਮ ਅਟਲ ਹੈ, ਹਮੇਸ਼ਾ ਰਹਿਣ ਵਾਲਾ ਹੈ। ਇਸੇ ਤਰੀਕੇ ਨਾਲ ਸਤਿਗੁਰ ਭਾਵ ਉਹ ਸੱਚਾ ਗੁਰੂ। ਉਸ ਸੱਚੇ ਗੁਰੂ ਨੂੰ ਸਾਨੂੰ ਕੀ ਕਰਨਾ ਜੀ? ਆਪਣਾ। ਸਤਿਗੁਰ ਆਪਣਾ, ਉਹ ਜੋ ਸਾਡਾ ਆਪਣਾ ਸੱਚਾ ਗੁਰੂ ਹੈ, ਸਦ ਸਦਾ ਸੰਹਾਰੇ। ਉਹਨੂੰ ਅਸੀਂ ਹਮੇਸ਼ਾ ਹੀ ਕੀ ਕਰਨਾ ਹੈ ਜੀ? ਚਿੱਤ ਚੇਤੇ ਵਿੱਚ ਰੱਖਣਾ ਹੈ ਨਾ। ਹੁਣ ਸੰਹਾਰੇ ਦਾ ਵੈਸੇ ਅਗਰ ਸਿੱਧਾ ਸਿੱਧਾ ਅਰਥ ਕਰੀਏ ਤੇ ਹੁੰਦਾ ਸੰਭਾਲ ਕਰਨਾ ਹੈ ਨਾ, ਸੰਭਾਲਣਾ। ਪਰ ਹੁਣ ਥੋੜਾ ਜਿਹਾ ਅਸੀਂ ਆਪਣੇ ਵੱਲ ਝਾਤ ਮਾਰ ਕੇ ਦੇਖੀਏ ਕਿ ਗੁਰੂ ਸਾਨੂੰ ਸੰਭਾਲਣ ਯੋਗ ਹੈ ਜਾਂ ਅਸੀਂ ਗੁਰੂ ਨੂੰ ਸੰਭਾਲਣ ਯੋਗ ਹੈ। ਤੇ ਜਵਾਬ ਆਏਗਾ ਜੀ, ਗੁਰੂ ਸਾਨੂੰ ਸੰਭਾਲਣ ਯੋਗ ਹੈ। ਗੁਰੂ ਸਾਡਾ ਪਿਓ ਹੈ, ਗੁਰੂ ਸਾਡੀ ਮਾਤਾ ਹੈ, ਤੇ ਉਹ ਆਪਣੇ ਬੱਚਿਆਂ ਨੂੰ ਸੰਭਾਲਦਾ ਹੈ ਨਾ। ਤੇ ਇੱਥੇ ਇਸ ਕਰਕੇ ਜੋ ਸੰਹਾਰੇ ਦਾ ਜੋ ਭਾਵ ਅਰਥ ਬਣੇਗਾ ਉਹ ਬਣੇਗਾ ਉਹਨੂੰ ਯਾਦ ਕਰਨਾ, ਉਸ ਨੂੰ ਆਪਣੇ ਮਨ ਵਿੱਚ ਹਮੇਸ਼ਾ ਉਹਦੀ ਜਿਹੜੀ ਕਹਿ ਸਕਦੇ ਆ ਯਾਦ ਨੂੰ ਬਣਾਏ ਰੱਖਣਾ ਹੈ ਨਾ। ਤੇ ਉਸ ਨੂੰ ਆਪਣੇ ਚਿੱਤ ਵਿੱਚ ਸੰਭਾਲਣਾ ਹੈ ਨਾ, ਕਿ ਹਮੇਸ਼ਾ ਸਾਨੂੰ ਗੁਰੂ ਆਪਣਾ ਯਾਦ ਰਹੇ। ਸਦ ਸਦਾ ਭਾਵ ਹਮੇਸ਼ਾ। ਸਤਿਗੁਰ ਆਪਣਾ ਸਦ ਸਦਾ ਸੰਹਾਰੇ ਭਾਵ ਸਾਨੂੰ ਆਪਣੇ ਸਤਿਗੁਰੂ ਨੂੰ, ਉਸ ਅਟਲ ਗੁਰੂ ਨੂੰ, ਉਸ ਸੱਚੇ ਗੁਰੂ ਨੂੰ ਹਮੇਸ਼ਾ ਹੀ ਆਪਣੇ ਚਿੱਤ ਵਿੱਚ ਸੰਭਾਲਣਾ ਚਾਹੀਦਾ ਹੈ ਹਰ ਵੇਲੇ। ਗੁਰ ਕੇ ਚਰਨ ਕੇਸ ਸੰਗ ਝਾਰੇ। ਹੁਣ ਇਸ ਦਾ ਭਾਵ ਅਰਥ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਇੱਥੇ ਜੋ ਗੱਲ ਕੀਤੀ ਗਈ ਨਾ ਗੁਰ ਕੇ ਚਰਨ, ਸਭ ਤੋਂ ਪਹਿਲਾਂ ਅਸੀਂ ਸਮਝੀਏ ਗੁਰ ਕੇ ਚਰਨ ਹੈ ਕੀ। ਕਿਉਂਕਿ ਜੋ ਬਾਣੀ ਹੈ ਉਹ ਕਹਿੰਦੇ ਨਾ ਬਾਣੀ ਹੀ ਬਾਣੀ ਦਾ ਅਰਥ ਕਰਦੀ ਹੈ। ਤਾਂ ਉਹਦੇ ਵਿੱਚ ਸਾਨੂੰ ਸਮਝ ਆਉਂਦੀ ਬਾਣੀ ਕਹਿੰਦੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ। ਜੋ ਅਸਲੀ ਜੋ ਗੁਰੂ ਦੇ ਚਰਨ ਨੇ ਨਾ ਉਹ ਹੈ ਜੀ ਸ਼ਬਦ ਹੈ ਨਾ। ਤੇ ਇੱਥੇ ਹੁਣ ਕੀ ਬਣ ਗਿਆ ਅਰਥ? ਗੁਰ ਕੇ ਚਰਨ ਭਾਵ ਗੁਰੂ ਦਾ ਜਿਹੜਾ ਸ਼ਬਦ ਆ ਹੈ ਨਾ, ਉਹਦੀ ਜਿਹੜੀ ਕਹਿ ਸਕਦੇ ਉਹਦਾ ਜਿਹੜਾ ਬਚਨ ਹੈ, ਉਹਦੀ ਜਿਹੜੀ ਵਿਚਾਰ ਹੈ ਨਾ, ਕੇਸ ਸੰਗ ਝਾਰੇ। ਹੁਣ ਇਹਦਾ ਅਗਰ ਸਿੱਧਾ ਸਿੱਧਾ ਜਿਹੜਾ ਤੁਕ ਦਾ ਜਿਵੇਂ ਇਹ ਕਹਿ ਸਕਦੇ ਹਾਂ ਕੇਸ ਸੰਗ ਝਾਰੇ ਦਾ ਅਸੀਂ ਅਗਰ ਮੀਨਿੰਗ ਕਰੀਏ ਤੇ ਉਹ ਬੰਦਾ ਅਸੀਂ ਆਪਣੇ ਕੇਸਾਂ ਭਾਵ ਵਾਲਾਂ ਦੇ ਨਾਲ ਉਸ ਨੂੰ ਉਹਨਾਂ ਦੇ ਗੁਰੂ ਦੇ ਚਰਨਾਂ ਨੂੰ ਝਾੜੀਏ ਹੈ ਨਾ। ਪਰ ਹੁਣ ਅਸੀਂ ਸਾਡੇ ਗੁਰੂ ਕੌਣ ਹੈ? ਗੁਰ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਹੈ। ਤੇ ਕੀ ਹੁਣ ਅਸੀਂ ਉਹਨੂੰ ਆਪਣੇ ਵਾਲਾਂ ਦੇ ਨਾਲ, ਆਪਣੇ ਕੇਸਾਂ ਦੇ ਨਾਲ ਝਾੜੀਏ? ਨਹੀਂ। ਇਹਨੂੰ ਭਾਵ ਸਮਝਣਾ ਪਏਗਾ ਕਿ ਗੁਰੂ ਦੇ ਸ਼ਬਦ ਨੂੰ ਅਸੀਂ ਕੇਸ ਸੰਗ ਝਾਰੇ ਭਾਵ ਅਗਰ ਤੁਸੀਂ ਥੋੜਾ ਜਿਹਾ ਧਿਆਨ ਅਗਰ ਮਾਰਾਂਗੇ ਤੇ ਮੰਨ ਲਓ ਕੋਈ ਜਿਵੇਂ ਕੋਈ ਸ਼ਖਸੀਅਤ ਹੈ, ਕੋਈ ਰਾਜਾ ਮਹਾਰਾਜਾ ਹੈ ਨਾ, ਅਗਰ ਕੋਈ ਉਹਦਾ ਦਾਸ ਹੈ ਨਾ, ਤੇ ਉਹ ਦਾਸ ਭਾਵ ਕਈ ਵਾਰ ਅਜਿਹਾ ਹੁੰਦਾ, ਕਈ ਵਾਰ ਅਜਿਹੀ ਭਾਵਨਾ ਹੁੰਦੀ ਹੈ ਕਿ
ਅਗਰ ਸਵਾਮੀ ਸਾਹਮਣੇ ਹੈ ਤੇ ਅਗਰ ਉਹਦੀ ਸ਼ਰਧਾ ਸੱਚੀ ਹੈ ਤੇ ਉਹ ਫਿਰ ਕਹਿ ਸਕਦੇ ਆਪਣਾ ਆਪ ਪੂਰਾ ਨਿਛਾਵਰ ਕਰ ਦਿੰਦਾ ਹੈ ਨਾ। ਉਹਨੂੰ ਕਹਿ ਸਕਦੇ ਆ ਕਿ ਸਮਰਪਿਤ ਹੁੰਦਾ ਹੈ। ਇੱਕ ਦਾਸ ਇੱਕ ਸ਼ਖਸੀਅਤ ਨੂੰ, ਇੱਕ ਰਾਜੇ ਨੂੰ ਸਮਰਪਿਤ ਹੈ, ਆਪਣੇ ਸਵਾਮੀ ਨੂੰ ਸਮਰਪਿਤ ਹੈ। ਇਸੇ ਤਰੀਕੇ ਨਾਲ ਇੱਥੇ ਸਾਨੂੰ ਸਮਝਣਾ ਪਏਗਾ ਕਿ ਸੰਗ ਝਾਰੇ ਭਾਵ ਗੁਰੂ ਦਾ ਜਿਹੜਾ ਸ਼ਬਦ ਹੈ ਉਸ ਨੂੰ ਅਸੀਂ ਜਦ ਵੀ ਸਾਨੂੰ ਕਦੇ ਸੁਣਨ ਦਾ ਮੌਕਾ ਮਿਲੇ, ਸੰਭਾਲਣ ਦਾ ਮੌਕਾ ਮਿਲੇ, ਤੇ ਸਾਡੇ ਅੰਦਰ ਉਹ ਇੱਕ ਨਿਮਰਤਾ ਵਾਲਾ, ਉਹ ਦਾਸ ਵਾਲਾ ਜਿਹੜਾ ਭਾਵ ਹੈ ਉਹ ਸਾਨੂੰ ਰੱਖਣਾ ਪਏਗਾ। ਕੇਸ ਸੰਗ ਝਾਰੇ ਭਾਵ ਸਾਨੂੰ ਨਿਮਰਤਾ ਵਿੱਚ ਰਹਿਣਾ ਪਏਗਾ। ਗੁਰ ਕੇ ਚਰਨ ਭਾਵ ਗੁਰੂ ਦਾ ਜਿਹੜਾ ਸ਼ਬਦ ਹੈ ਆਪਾਂ ਨਿਮਰਤਾ ਰੂਪੀ ਆਪਣੇ ਹਿਰਦੇ ਵਿੱਚ ਸੰਭਾਲੀਏ। ਇਹੀ ਗੁਰੂ ਦੇ ਚਰਨ ਝਾੜਨੇ ਹੈ। ਅਸਲ ਵਿੱਚ ਜੇ ਅਸੀਂ ਉਸਦੇ ਸ਼ਬਦ ਨੂੰ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਵਸਾ ਰਹੇ ਹਾਂ, ਚਿੱਤ ਚੇਤੇ ਵਿੱਚ ਲੈ ਕੇ ਆ ਰਹੇ ਹਾਂ, ਤੇ ਅਸਲ ਵਿੱਚ ਇਹੀ ਗੁਰੂ ਦੇ ਚਰਨ ਝਾੜਨ ਦੀ ਗੱਲ ਹੈ। ਜਾਗ ਰੇ ਮਨ ਜਾਗਨ ਹਾਰੇ। ਹੁਣ ਮਨ ਨੂੰ ਕਿਹਾ ਬਈ ਹੇ ਮਨਾ ਤੂੰ ਜਾਗ। ਹੁਣ ਸਵਾਲ ਫਿਰ ਆ ਜਾਂਦਾ ਕਿ ਕੀ ਮਨ ਸੁੱਤਾ ਹੋਇਆ? ਜੀ ਹਾਂ, ਬਾਣੀ ਕਹਿੰਦੀ ਹੈ ਮਨ ਸੋਇਆ ਮਾਇਆ ਬਿਸਮਾਦ। ਇਹ ਜੋ ਮਨ ਹੈ ਨਾ, ਇਹ ਸੁੱਤਾ ਹੋਇਆ ਹੈ। ਕਿੱਥੇ ਸੁੱਤਾ ਹੈ ਜੀ? ਮਾਇਆ ਬਿਸਮਾਦ। ਬਿਸਮਾਦ ਭਾਵ ਅਚਰਜ ਤਮਾਸੇ। ਜੋ ਮਾਇਆ ਦੇ ਜਿਹੜੇ ਨੇ ਇਹ ਅਚਰਜ ਤਮਾਸੇ ਹੈ ਨਾ, ਹੈਰਾਨੀਜਨਕ ਤਮਾਸੇ ਜਿਹੜੇ ਸਾਨੂੰ ਹਰ ਜਗ੍ਹਾ ਵੇਖਣ ਨੂੰ ਮਿਲਦੇ ਹਨ। ਕਿਉਂਕਿ ਮਾਇਆ ਦਾ ਕੰਮ ਹੀ ਹੈ, ਉਹਨੇ ਕੀ ਕਰਨਾ ਹੈ ਜੀ? ਰੱਬ ਤੋਂ ਬੰਦੇ ਨੂੰ ਤੋੜਨਾ ਹੈ। ਮਾਇਆ ਦੇ ਰੂਪ ਕਈ ਹੋ ਸਕਦੇ ਹਨ। ਕੋਈ ਪਦਾਰਥ ਵੀ ਹੋ ਸਕਦਾ ਹੈ, ਕਈ ਵਾਰ ਕੋਈ ਐਸਾ ਸੰਗ ਵੀ ਹੋ ਸਕਦਾ, ਕੋਈ ਇਨਸਾਨ ਵੀ ਹੋ ਸਕਦਾ ਹੈ ਨਾ। ਕੋਈ ਵੀ ਅਜਿਹਾ ਪਦਾਰਥ ਜਾਂ ਕਹਿ ਸਕਦੇ ਹਾਂ ਕੋਈ ਇਨਸਾਨ ਵੀ ਹੋ ਸਕਦਾ, ਕੋਈ ਵੀ ਐਸੀ ਚੀਜ਼ ਜੋ ਸਾਨੂੰ ਰੱਬ ਨਾਲ ਤੋੜ ਦੇ, ਉਹ ਸਮਝ ਲਓ ਕਿ ਮਾਇਆ ਦਾ ਰੂਪ ਹੈ ਨਾ। ਤੇ ਇਸ ਮਾਇਆ ਦੇ ਰੂਪ ਵਿੱਚ ਮਨ ਜਿਹੜਾ ਹੈ, ਕਿਉਂਕਿ ਇਹਦਾ ਸਵਾਦ ਜਿਹੜਾ ਹੈ ਉਹ ਬਦਲਿਆ ਹੋਇਆ ਹੈ, ਤੇ ਇਸ ਲਈ ਇਹ ਉਸ ਵਿੱਚ ਸੁੱਤਾ ਹੋਇਆ ਹੈ। ਤੇ ਗੁਰੂ ਸਾਹਿਬ ਇਸ ਲਈ ਇਹਨੂੰ ਆਵਾਜ਼ ਮਾਰਦੇ ਜਾਗ ਰੇ ਮਨ ਜਾਗਨ ਹਾਰੇ। ਕਿਉਂਕਿ ਮਾਇਆ ਕੀ ਹੈ? ਮਾਇਆ ਤੇ ਝੂਠੀ ਹੈ ਨਾ। ਤੇ ਇਸ ਲਈ ਕਹਿੰਦੇ ਕਿ ਉਸ ਝੂਠ ਤੋਂ, ਉਸ ਮਾਇਆ ਰੂਪ ਤੋਂ ਉੱਪਰ ਉੱਠ, ਉਸ ਤੋਂ ਜਾਗ, ਉਸ ਤੋਂ ਬਾਹਰ ਨਿਕਲ। ਕਿਉਂ? ਅੱਗੇ ਬੜੇ ਪਿਆਰ ਨਾਲ ਸਮਝਾਇਆ, ਬਿਨ ਹਰ ਅਵਰ ਨਾ ਆਵਸ ਕਾਮਾ। ਇੱਕ ਚੀਜ਼ ਨੂੰ ਆਪਣੇ ਦਿਮਾਗ ਵਿੱਚ ਬਿਠਾ ਲੈ, ਆਪਣੇ ਘਰ ਕਰ ਲੈ। ਸਾਨੂੰ ਇਹ ਬਿਲਕੁਲ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਕਹਿੰਦੇ ਕਿ ਗੁਰੂ ਤੋਂ ਬਿਨਾਂ, ਬਿਨ ਹਰ ਅਵਰ ਨਾ ਆਵਸ ਕਾਮਾ। ਗੁਰੂ ਤੋਂ ਬਿਨਾਂ ਅਵਰ ਭਾਵ ਦੂਜਾ, ਯਾਨੀ ਕਿ ਹੋਰ ਕੋਈ ਵੀ ਕੰਮ ਨਹੀਂ ਆਉਂਦਾ। ਕਿਉਂਕਿ ਗੁਰਬਾਣੀ ਜਿਹੜੀ ਹੈ ਉਹਦਾ ਕੰਮ ਹੈ ਸਿੱਧਾ ਸਿੱਧਾ ਸਾਨੂੰ ਸਮਝਾਉਣਾ, ਸਿੱਧੀ ਗੱਲ ਕਰਨੀ, ਘੁਮਾ ਕੇ ਗੱਲ ਨਹੀਂ ਕਰਦੇ। ਉਹ ਗੱਲ ਵੱਖਰੀ ਹੈ ਕਿ ਸਾਨੂੰ ਜਿਹੜਾ ਹੈ ਕਈ ਵਾਰ ਘੁਮਾ ਕੇ ਸਮਝਾਈ ਜਾਂਦੀ ਹੈ, ਪਰ ਬਾਣੀ ਜਿਹੜੀ ਸਿੱਧੀ ਗੱਲ ਕਰਦੀ। ਬਿਨ ਹਰ ਅਵਰ ਨਾ ਆਵਸ ਕਾਮਾ, ਕਿ ਗੁਰੂ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆ ਸਕਦਾ। ਇਹ ਸਾਡਾ ਗੁਰੂ ਕਹਿੰਦਾ ਹੈ, ਤੇ ਸਾਨੂੰ ਬਿਲਕੁਲ ਇਹ ਮੰਨਣਾ ਚਾਹੀਦਾ ਹੈ ਕਿ ਸੱਚ ਵਿੱਚ ਗੁਰੂ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆ ਸਕਦਾ। ਹਾਂ, ਕੋਈ ਜ਼ਰੀਆ ਜ਼ਰੂਰ ਬਣ ਸਕਦਾ ਹੈ, ਪਰ ਕੰਮ ਗੁਰੂ ਹੀ ਆਉਂਦਾ ਹੈ। ਇਹ ਸਾਨੂੰ ਸਮਝਣ ਦੀ ਲੋੜ ਹੈ। ਹਾਂ, ਜਿੱਥੇ ਸਾਡੀ ਅਗਰ ਮਾਨਸਿਕ ਅਵਸਥਾ ਇਹ ਹੈ ਕਿ ਸਾਨੂੰ ਹਰ ਕਿਸੇ ਵਿੱਚ ਉਹ ਰੱਬ ਹੀ ਨਜ਼ਰ ਆ ਰਿਹਾ ਹੈ, ਉਹ ਅਕਾਲ ਪੁਰਖ ਹੀ ਨਜ਼ਰ ਆ ਰਿਹਾ, ਸੱਚੀ ਵਿੱਚ, ਇਮਾਨਦਾਰੀ ਵਿੱਚ ਅਜਿਹੀ ਸਾਡੀ ਅਵਸਥਾ ਹੈ, ਤੇ ਸੱਚ ਵਿੱਚ ਫਿਰ ਹਰ ਕੋਈ ਸਾਡਾ ਸਹਾਇਕ ਹੋ ਜਾਏਗਾ, ਹੈ ਨਾ। ਉਦੋਂ ਫਿਰ ਜੇ ਅਸੀਂ ਹਰ ਕਿਸੇ ਵਿੱਚ ਉਸ ਗੁਰੂ ਨੂੰ ਦੇਖ ਪਾ ਰਹੇ ਹਾਂ, ਤੇ ਫਿਰ ਸਾਰੀ ਦੁਨੀਆ ਹੀ ਉਹ ਆਪ ਅਕਾਲ ਪੁਰਖ ਹੈ, ਤੇ ਸਾਰੇ ਹੀ ਫਿਰ ਸਹਾਈ ਹੋ ਗਏ। ਨਜ਼ਰੀਆ ਜਿਹੜਾ ਹੈ, ਮਾਨਸਿਕ ਅਵਸਥਾ ਹੈ, ਉਸ 'ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ। ਤੇ ਬਿਨ ਹਰ ਅਵਰ ਨਾ ਆਵਸ ਕਾਮਾ, ਪਰ ਗੱਲ ਇਹ ਸੱਚੀ ਹੈ ਕਿ ਬਿਨਾਂ ਉਸ ਅਕਾਲ ਪੁਰਖ, ਉਸ ਰੱਬ ਤੋਂ ਕੋਈ ਦੂਜਾ ਕੰਮ ਨਹੀਂ ਆਉਂਦਾ। ਝੂਠਾ ਮੋਹ ਮਿਥਿਆ ਪਸਾਰੇ। ਇਹ ਜੋ ਮੋਹ ਹੈ ਭਾਵ ਕਹਿ ਸਕਦੇ ਇੱਕ ਹੁੰਦਾ ਪਿਆਰ, ਹੈ ਨਾ। ਇੱਕ ਹੁੰਦਾ ਹੈ ਕਿ ਉਹਦੇ ਵਿੱਚ ਇੰਨਾ ਜ਼ਿਆਦਾ ਉਲਝ ਜਾਣਾ, ਕਿਸੇ ਵੀ ਚੀਜ਼ ਜਾਂ ਕਿਸੇ ਵੀ ਕਹਿ ਲਓ ਪਦਾਰਥ 'ਚ, ਕਿਸੇ ਇਨਸਾਨ ਨਾਲ ਇੰਨਾ ਜ਼ਿਆਦਾ ਉਲਝ ਜਾਣਾ, ਹੈ ਨਾ। ਬਈ ਸੀਮਾ ਤੋਂ ਬਹੁਤ ਜ਼ਿਆਦਾ ਵਧਿਆ ਹੋਇਆ ਅਜਿਹਾ ਪਿਆਰ ਜੋ ਸਾਨੂੰ ਰੱਬ ਹੀ ਬੁਲਾ ਦੇ, ਫਿਰ ਉਹ ਮੋਹ ਦਾ ਰੂਪ ਲੈ ਲੈਂਦਾ। ਤੇ ਅਜਿਹਾ ਮੋਹ ਕੀ ਹੈ ਜੀ? ਝੂਠ, ਝੂਠਾ ਮੋਹ ਮਿਥਿਆ ਪਸਾਰੇ, ਹੈ ਨਾ। ਮਿਥਿਆ ਕੀ ਹੈ ਜੀ? ਨਾਸਵੰਤ ਚੀਜ਼, ਜਿਹੜਾ ਇਹ ਪਸਾਰਾ ਹੈ ਨਾ। ਪਸਾਰੇ ਭਾਵ ਪਸਰਿਆ ਹੋਇਆ। ਪਸਰਿਆ ਹੋਇਆ ਕੀ ਹੈ ਜੀ? ਇਹ ਹੁਣ ਜੋ ਆਪਾਂ ਸੰਸਾਰ, ਸਾਡੀ ਜਿਹੜੀ ਆ ਅੱਖਾਂ ਨਾਲ ਆਪਾਂ ਦੇਖ ਰਹੇ ਹਾਂ, ਇਹ ਸਾਰਾ ਪਸਾਰਾ ਹੀ ਹੈ।
ਹੈ ਨਾ। ਤੇ ਇਹ ਸਭ ਕੀ ਹੈ, ਗੁਰਬਾਣੀ ਸਾਨੂੰ ਸਮਝਾਉਣਾ ਚਾਹੁੰਦੀ ਹੈ ਕਿ ਇਹ ਹਮੇਸ਼ਾ ਲਈ ਨਹੀਂ ਹੈ, ਇਹ ਨਾਸਵੰਤ ਹੈ, ਹਰ ਇੱਕ ਚੀਜ਼ ਨਾਸਵੰਤ ਹੈ ਨਾ। ਤੇ ਝੂਠਾ ਮੋਹ ਮਿਥਿਆ ਪਸਾਰੇ, ਇਹ ਜੋ ਸਭ ਨੇ, ਇਹਨਾਂ ਤੋਂ ਅਸੀਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਸਾਡਾ ਧਿਆਨ ਕਿੱਥੇ ਰੱਖਣਾ ਜੀ? ਆਪਣਾ ਧਿਆਨ ਕਿੱਥੇ ਲਗਾਉਣ ਦੀ ਕੋਸ਼ਿਸ਼ ਕਰਨੀ ਹੈ? ਜਿੰਨੇ ਸਾਡੇ ਕੰਮ ਆਉਣਾ ਹੈ। ਬਿਨ ਹਰ ਅਵਰ ਨਾ ਆਵਸ ਕਾਮਾ, ਜੋ ਸਾਡਾ ਗੁਰੂ ਤੋਂ ਬਿਨਾਂ ਹੋਰ ਕੋਈ ਸਹਾਈ ਹੋ ਹੀ ਨਹੀਂ ਸਕਦਾ। ਗੁਰੂ ਤੋਂ ਬਿਨਾਂ ਜੇ ਸਾਡੇ ਕਿਸੇ ਹੋਰ ਨੇ ਕੰਮ ਆਉਣਾ ਹੀ ਨਹੀਂ, ਤੇ ਫਿਰ ਅਸੀਂ ਕਿਉਂ ਐਸੀ ਉਮੀਦ ਲਗਾਈਏ, ਐਸੀ ਉਮੀਦ ਬਣੀਏ ਜੋ ਕੱਲ ਨੂੰ ਟੁੱਟੇ ਫਿਰ ਸਾਨੂੰ ਦੁੱਖ ਹੋਏ। ਪਹਿਲੀ ਇਹ ਗੱਲ ਨੂੰ ਕਿਉਂ ਨਾ ਸਮਝ ਲਈਏ ਕਿ ਗੁਰੂ ਤੋਂ ਬਿਨਾਂ ਸਾਡਾ ਹੋਰ ਕੋਈ ਸਹਾਈ ਨਹੀਂ ਹੈ। ਫਿਰ ਨਾ ਕਿਸੇ ਤੋਂ ਅਸੀਂ ਉਮੀਦ ਲਗਾਵਾਂਗੇ, ਫਿਰ ਨਾ ਅਸੀਂ ਦੁਖੀ ਹੋਵਾਂਗੇ। ਕਾਰਨ ਅਸੀਂ ਖੁਦ ਬਣਦੇ ਹਾਂ, ਪਰ ਬਾਣੀ ਨੂੰ ਜਦ ਵਿਚਾਰਦੇ ਹਾਂ, ਸਮਝਦੇ ਹਾਂ, ਤੇ ਉਹ ਫਿਰ ਕਾਰਨ ਦੂਰ ਹੋ ਜਾਂਦੇ ਨੇ। ਕਿਉਂਕਿ ਇਹ ਰਹਾਉ ਵਾਲਾ ਬੰਦਾ ਹੈ। ਰਹਾਉ ਭਾਵ ਠਹਿਰਾਵ। ਰਹਾਉ ਦਾ ਜਿਹੜਾ ਸ਼ਬਦ ਜਿੱਥੇ ਰਹਾਉ ਹੁੰਦਾ ਹੈ, ਇਸ ਦਾ ਮਤਲਬ ਇਹ ਹੈ ਕਿ ਇਹ ਜੋ ਤੁਕਾਂ ਹਨ, ਇਹ ਸ਼ਬਦ ਦਾ ਕੇਂਦਰੀ ਭਾਵ ਹਨ, ਮੀਨਸ ਸੈਂਟਰ ਆਈਡੀਆ। ਤੇ ਇਸ ਲਈ ਸਾਨੂੰ ਇਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਸਮਝਣਾ ਚਾਹੀਦਾ, ਤਾਂ ਕਿ ਬਾਕੀ ਜਿਹੜਾ ਸ਼ਬਦ ਹੈ ਇਸਦੇ ਇਰਦ ਗਿਰਦ ਘੁੰਮਦਾ ਹੈ, ਤੇ ਸਾਨੂੰ ਹੋਰ ਅੱਛੇ ਤਰੀਕੇ ਨਾਲ ਸਾਰੀ ਤੁਕਾਂ ਸਮਝ ਆ ਜਾਣ। ਠੀਕ ਹੈ ਜੀ। ਅੱਗੇ ਫਿਰ ਬੜੇ ਪਿਆਰ ਨਾਲ ਸਮਝਾਇਆ, ਗੁਰ ਕੀ ਬਾਣੀ ਸਿਉ ਰੰਗ ਲਾਏ। ਜੇ ਤੂੰ ਕੋਈ ਆਪਣੇ ਜੀਵਨ ਵਿੱਚ, ਕਹਿੰਦੇ ਆ ਨਾ ਅਸੀਂ ਬਾਹਰ ਮੁਖੀ ਤੇ ਬੜੇ ਰੰਗ ਲਾਉਂਦੇ ਹਾਂ, ਹੈ ਨਾ, ਸਾਨੂੰ ਰੰਗ ਬੜੇ ਚੰਗੇ ਲੱਗਦੇ ਨੇ। ਤੇ ਕਈ ਵਾਰ ਅਜਿਹੇ ਤਿਉਹਾਰ ਵੀ ਆ ਜਾਂਦੇ ਨੇ ਜਿਹਦੇ ਵਿੱਚ ਆਪਾਂ ਵੀ ਉਹਨਾਂ ਵਿੱਚ ਸ਼ਾਮਲ ਹੋ ਜਾਂਦੇ ਹਾਂ। ਪਰ ਜੋ ਗੁਰਬਾਣੀ ਕਿਹੜੇ ਰੰਗ ਦੀ ਗੱਲ ਕਰਦੀ ਹੈ? ਜੇ ਰੰਗ ਲਾਉਣ ਦਾ ਮਨ ਹੋਇਆ ਹੀ, ਕਿ ਉਹ ਕਹਿੰਦੀ ਹੱਥਾਂ ਨੂੰ ਰੰਗ ਨਹੀਂ, ਕੀ ਕਹਿੰਦੀ ਉਹ ਮੂੰਹ ਨੂੰ ਰੰਗ ਨਹੀਂ। ਉਹ ਕਹਿੰਦੇ ਜੇ ਤੂੰ ਰੰਗ ਲਾਣਾ ਹੈ ਨਾ, ਤੇ ਇੱਕ ਕੰਮ ਕਰ, ਗੁਰੂ ਸਾਡਾ ਸਮਝਾਉਂਦਾ ਹੈ, ਗੁਰ ਕੀ ਬਾਣੀ ਸਿਉ ਰੰਗ ਲਾਏ। ਜੇ ਤੂੰ ਰੰਗ ਲਾਣਾ ਤੇ ਗੁਰੂ ਦੀ ਬਾਣੀ ਦਾ ਰੰਗ ਲਾ ਲੈ। ਗੁਰ ਕੀ ਬਾਣੀ ਸਿਉ, ਸਿਉ ਭਾਵ ਨਾਲ, ਗੁਰੂ ਦੀ ਬਾਣੀ ਦੇ ਨਾਲ ਰੰਗ ਲਾਏ, ਭਾਵ ਆਪਣੇ ਮਨ ਨੂੰ ਰੰਗ ਲੈ, ਆਪਣੇ ਦਿਲੋਂ ਦਿਮਾਗ ਨੂੰ ਰੰਗ ਲੈ, ਉਸ ਪਿਆਰ ਵਿੱਚ ਰੰਗ ਲੈ, ਉਸ ਬਾਣੀ ਦੇ ਨਾਲ ਰੰਗ ਲੈ। ਜਦੋਂ ਬਾਣੀ ਦਾ ਰੰਗ ਚੜਿਆ ਹੋਏਗਾ ਨਾ, ਫਿਰ ਹੋਰ ਦੂਜਾ ਰੰਗ ਜਿਹੜਾ ਹੈ ਉਹਦਾ ਸਵਾਦ ਹੀ ਨਹੀਂ ਆਉਣਾ। ਇਸ ਲਈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਗੁਰ ਕੀ ਬਾਣੀ ਸਿਉ ਰੰਗ ਲਾਏ। ਹੁਣ ਇੱਥੇ ਸ਼ਬਦ ਦੁਬਾਰਾ ਹੈ ਗੁਰ, ਹੈ ਨਾ। ਹੁਣ ਗੁਰ ਕੀ ਹੈ ਜੀ? ਗੂ ਭਾਵ ਅੰਧੇਰਾ, ਰੂ ਭਾਵ ਰੋਸ਼ਨੀ। ਤੇ ਅੰਧੇਰੇ ਵਿੱਚੋਂ, ਕਹਿ ਸਕਦੇ ਹਾਂ ਅਗਿਆਨਤਾ ਦੇ ਅੰਧੇਰੇ ਵਿੱਚੋਂ, ਸਾਨੂੰ ਗਿਆਨ ਵਿੱਚ, ਗਿਆਨ ਰੂਪੀ ਪ੍ਰਕਾਸ਼ ਕਰਨ ਵਾਲਾ ਗੁਰੂ ਹੈ। ਅਸਲ ਗੁਰੂ ਇਹੀ ਹੈ ਜਿਹੜਾ ਸਾਨੂੰ ਅਗਿਆਨਤਾ ਦੇ ਅੰਧੇਰੇ ਚੋਂ ਕੱਢ ਕੇ ਸਾਨੂੰ ਗਿਆਨ ਦੇ ਪ੍ਰਕਾਸ਼ ਵਿੱਚ ਲੈ ਆਏ। ਇਹ ਗੁਰੂ ਦੀ ਡੈਫੀਨੇਸ਼ਨ ਹੈ। ਗੁਰ ਕੀ ਬਾਣੀ, ਅਜਿਹੇ ਗੁਰੂ ਦੀ ਬਾਣੀ ਨਾਲ ਸਾਨੂੰ ਆਪਣਾ, ਕਹਿ ਸਕਦੇ ਹਾਂ, ਮਨ ਜਿਹੜਾ ਉਹ ਰੰਗਣਾ ਚਾਹੀਦਾ ਹੈ। ਗੁਰ ਕਿਰਪਾਲ ਹੋਏ ਦੁੱਖ ਜਾਏ। ਜਦੋਂ ਗੁਰੂ ਕਿਰਪਾਲ ਹੋ ਜਾਂਦਾ ਹੈ ਨਾ, ਉਹ ਤੇ ਹਮੇਸ਼ਾ ਹੀ ਕਿਰਪਾਲ ਹੈ। ਤੇ ਦੁੱਖ ਜਾਏ, ਤੇ ਸਾਡੇ ਦੁੱਖ ਜਿਹੜੇ ਆ ਉਹ ਚਲੇ ਜਾਂਦੇ ਨੇ। ਜਦੋਂ, ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਜੋ ਪੜ੍ਹ ਰਹੇ ਹਾਂ, ਜੋ ਸੁਣ ਰਹੇ ਹਾਂ, ਇਸ ਨੂੰ ਜਦ ਕਮਾ ਲੈਂਦੇ ਹਾਂ, ਜਦੋਂ ਆਪਣੇ ਜੀਵਨ ਵਿੱਚ ਅਡੋਪਟ ਕਰ ਲੈਂਦੇ ਹਾਂ, ਪ੍ਰੈਕਟੀਕਲੀ ਇਸ ਤੇ ਚੱਲ ਪੈਂਦੇ ਹਾਂ, ਤੇ ਫਿਰ ਕੀ ਹੁੰਦੀ ਹੈ ਜੀ? ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਤੇ ਸਾਨੂੰ ਫਿਰ ਉਹ ਕਿਰਪਾਲ ਜਿਹੜਾ ਹੈ, ਕਿਉਂਕਿ ਉਹ ਤੇ ਹਮੇਸ਼ਾ ਲਈ ਕਿਰਪਾਲ ਹੈ, ਪਰ ਜਦੋਂ ਉਹ ਗੱਲਾਂ ਕਹਿੰਦਾ ਹੈ ਨਾ, ਤੇ ਫਿਰ ਕੀ ਹੁੰਦਾ ਜੀ? ਫਿਰ ਉਹਦੀ ਅਸਲ ਵਿੱਚ ਅਸੀਂ ਕਿਰਪਾ ਦੇ ਪਾਤਰ ਬਣ ਜਾਂਦੇ ਹਾਂ। ਤੇ ਫਿਰ ਕੀ ਹੁੰਦਾ? ਸਾਡੇ ਸਾਰੇ ਜਿਹੜੇ ਦੁੱਖ ਹਨ ਉਹ ਦੂਰ ਹੋ ਜਾਂਦੇ ਹਨ। ਗੁਰ ਕਿਰਪਾਲ ਹੋਏ ਦੁੱਖ ਜਾਏ। ਗੁਰ ਬਿਨ ਦੂਜਾ ਨਾਹੀ ਥਾਉ। ਇੱਥੇ ਥੋੜਾ ਦੂਜਾ ਤੇ ਜ਼ੋਰ ਦੇਣਾ ਹੈ ਨਾ, ਗੁਰ ਬਿਨ ਦੂਜਾ ਨਾਹੀ ਥਾਉ, ਕਿ ਗੁਰੂ ਤੋਂ ਬਿਨਾਂ ਦੂਜਾ ਅਗਰ ਦੇਖਿਆ ਜਾਏ ਤੇ ਹੋਰ ਕੋਈ ਥਾਂ ਨਹੀਂ ਹੈ, ਭਾਵ ਅਜਿਹਾ ਕੋਈ ਸਥਾਨ ਹੀ ਨਹੀਂ ਹੈ ਜਿੱਥੇ ਗੁਰੂ ਨਾ ਹੋਏ। ਗੁਰੂ ਹਰ ਜਗ੍ਹਾ ਹੈ। ਪਰ ਦੇਖੋ, ਅੱਜ ਵੀ ਅਸੀਂ ਜਦ ਪੜ੍ਹਦੇ ਹਾਂ ਨਾ, ਕਿ ਗੁਰੂ ਜਿਹੜਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਉਹ ਮੇਰੇ ਨਾਲ ਹਮੇਸ਼ਾ ਹੈ ਨਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਕਿੰਨੇ ਸਾਨੂੰ ਗੁਰਬਾਣੀ ਉਦਾਹਰਨ ਦਿੰਦੀ ਹੈ। ਇਸੇ ਤਰੀਕੇ ਨਾਲ ਇੱਥੇ ਗੱਲ ਕੀਤੀ, ਗੁਰ ਬਿਨ ਦੂਜਾ ਨਾਹੀ ਥਾਉ। ਕੋਈ ਅਜਿਹਾ ਸਥਾਨ ਮੈਨੂੰ ਨਜ਼ਰ ਹੀ ਨਹੀਂ ਆਉਂਦਾ ਜੋ ਗੁਰੂ ਤੋਂ ਬਗੈਰ ਹੋਏ। ਹਰ ਇੱਕ ਥਾਂ ਤੇ ਉਸ ਦੀ ਹੋਂਦ ਮੌਜੂਦ ਹੈ। ਗੁਰ ਦਾਤਾ ਗੁਰ ਦੇਵੈ ਨਾਉ। ਗੁਰੂ ਹੀ ਅਸਲ ਵਿੱਚ ਦਾਤਾ ਹੈ।
ਅਸੀਂ ਕਈ ਵਾਰ ਕਿਸੇ ਮਨੁੱਖ ਤੋਂ ਉਮੀਦ ਆਸ ਲਗਾ ਲੈਂਦੇ ਹਾਂ, ਉਸ ਦੇ ਅੱਗੇ ਝੋਲੀ ਫੈਲਾ ਲੈਂਦੇ ਹਾਂ। ਪਰ ਫਿਰ ਸਮਝ ਆਉਂਦੀ ਹੈ ਜੀ, ਇੱਕ ਦਾਤਾ ਸਭ ਜਗਤ ਭਿਖਾਰੀ ਆ। ਦਾਤਾ ਇੱਕੋ ਹੀ ਹੈ ਨਾ। ਸਭਨਾ ਜੀਆਂ ਕਾ ਇੱਕ ਦਾਤਾ। ਅਸੀਂ ਪੜ੍ਹਦੇ ਹਾਂ, ਪਰ ਇਸ ਨੂੰ ਪ੍ਰੈਕਟੀਕਲ ਕਮਾ ਨਹੀਂ ਰਹੇ, ਇਸ ਨੂੰ ਆਪਣੇ ਮਨ ਵਿੱਚ ਪੱਕਾ ਨਹੀਂ ਕੀਤਾ। ਇਸ ਲਈ ਕਈ ਵਾਰ ਅਸੀਂ ਭੜਕ ਜਾਂਦੇ ਹਾਂ, ਫਿਰ ਕਿਸੇ ਮਨੁੱਖ ਦੇ ਅੱਗੇ ਆਸ ਉਮੀਦ ਅਸੀਂ ਬੱਝ ਲੈਂਦੇ ਹਾਂ। ਇਸ ਕਾਰਨ ਫਿਰ ਸਾਨੂੰ ਦੁਖੀ ਹੋਣਾ ਪੈਂਦਾ ਹੈ। ਜਦ ਇੱਕ ਗੱਲ ਮੰਨੇ ਧਾਰ ਲਿੱਤੀ, ਗੁਰ ਦਾਤਾ, ਜੋ ਦਾਤਾ ਹੈ ਨਾ, ਉਹ ਸਿਰਫ ਸਿਰਫ ਗੁਰੂ ਹੀ ਹੈ। ਉਹੀ ਕੀ ਕਰਦਾ ਜੀ, ਗੁਰ ਦੇਵੈ ਨਾਉ। ਜੋ ਨਾਮ ਹੈ, ਜੋ ਨਾਮ ਦੀ ਦਾਤ ਹੈ ਨਾ, ਉਹ ਸਿਰਫ ਤੇ ਸਿਰਫ ਕੌਣ ਦਿੰਦਾ ਜੀ? ਅਸੀਂ ਪੜ੍ਹਿਆ, ਗੁਰ ਦੇਵੈ ਨਾਉ। ਉਹ ਸੱਚਾ ਗੁਰੂ ਹੀ ਦਿੰਦਾ ਹੈ, ਹੋਰ ਕੋਈ ਨਹੀਂ ਦੇ ਸਕਦਾ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ। ਹੁਣ ਇੱਥੇ ਸਾਰੇ ਭਰਮ ਭੁਲੇਖੇ ਦੂਰ ਕਰਦੇ ਹੋਏ ਸਾਨੂੰ ਸਮਝਾਇਆ ਫਿਰ ਦੁਬਾਰਾ ਇੱਕ ਵਾਰ, ਕਿ ਜੋ ਅਸੀਂ, ਕਿਉਂਕਿ ਇਹਨੂੰ ਅਸੀਂ ਗੁਰੂ ਨੂੰ ਆਪਣੇ ਕਈ ਨਾਵਾਂ ਦੇ ਨਾਲ ਸੰਬੋਧਿਤ ਕਰਦੇ ਹਾਂ। ਕਦੀ ਅਸੀਂ ਗੋਬਿੰਦ ਕਹਿੰਦੇ ਹਾਂ, ਕਦੀ ਆਪਾਂ ਉਸ ਨੂੰ ਰਾਮ ਕਹਿੰਦੇ ਹਾਂ, ਹੈ ਨਾ, ਕਦੀ ਉਸ ਨੂੰ ਆਪਾਂ ਹਰੀ ਕਹਿ ਦਿੰਦੇ ਹਾਂ, ਹੈ ਨਾ। ਤੇ ਇਸੀ ਤਰੀਕੇ ਨਾਲ ਇੱਥੇ ਆਏ ਨਾਮ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ। ਉਹ ਆਪ ਅਕਾਲ ਪੁਰਖ ਹੀ ਸੱਚਾ ਗੁਰੂ ਹੈ, ਪਾਰ ਬ੍ਰਹਮ ਹੈ। ਭਾਵ ਜੋ ਦੁਨਿਆਵੀ ਗਿਆਨ ਹੈ ਨਾ, ਉਸ ਤੋਂ ਪਰੇ ਪਾਰ ਬ੍ਰਹਮ, ਜੋ ਇਸ ਸੰਸਾਰਕ ਰੂਪੀ ਗਿਆਨ ਤੋਂ ਕਾਫੀ ਉੱਚਾ ਹੈ, ਕਾਫੀ ਪਰੇ ਹੈ। ਅਜਿਹਾ ਬ੍ਰਹਮ, ਅਜਿਹਾ ਗਿਆਨ ਜਿਹਦਾ ਕੋਈ ਪਾਰ ਨਹੀਂ ਪਾ ਸਕਦਾ। ਪਾਰ ਬ੍ਰਹਮ ਪਰਮੇਸ਼ਰ, ਹੈ ਨਾ। ਪਰਮ ਜਮਾ ਈਸ਼ਰ, ਭਾਵ ਸਭ ਤੋਂ ਵੱਡਾ ਉਹ ਈਸ਼ਰ। ਈਸ਼ਰ ਭਾਵ ਰਾਜਾ ਦਾ ਰਾਜਾ, ਸਭ ਤੋਂ ਵੱਡਾ ਰਾਜਾ ਪਰਮੇਸ਼ਰ। ਉਹ ਆਪ ਅਕਾਲ ਪੁਰਖ ਪਾਰ ਬ੍ਰਹਮ ਹੈ ਨਾ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਯਾਨੀ ਕਿ ਸਭ ਕੁਝ ਉਹ ਆਪ ਹੀ ਹੈ, ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? 8 ਪਹਿਰ ਨਾਨਕ ਗੁਰ ਜਾਪ। ਸਾਨੂੰ 8 ਪਹਿਰ, ਹੁਣ 8 ਪਹਿਰ ਅੱਜ ਦੇ ਟਾਈਮ 'ਚ ਆਪਾਂ ਜੋ ਸ਼ਬਦ ਵਰਤਦੇ ਹਾਂ ਸਮੇਂ ਲਈ, ਉਹ ਵਰਤਦੇ ਹਾਂ ਜਿਵੇਂ ਘੰਟੇ, ਮਿੰਟ, ਸਕਿੰਟ, ਹੈ ਨਾ। ਜਿਵੇਂ ਹੁਣ ਇੱਥੇ ਜੋ ਵਰਤਿਆ ਗਿਆ ਹੈ ਉਹ ਹੈ ਪਹਿਰ ਦੇ ਰੂਪ ਵਿੱਚ ਵਰਤਿਆ ਗਿਆ ਹੈ। ਤੇ ਇੱਕ ਪਹਿਰ ਜਿਹੜਾ ਹੈ ਉਹ 3 ਘੰਟੇ ਦਾ ਹੁੰਦਾ ਹੈ। ਤੇ ਹੁਣ ਇੱਕ ਦਿਨ ਵਿੱਚ ਕਿੰਨੇ ਪਹਿਰ ਹੋ ਗਏ? ਇਸ ਹਿਸਾਬ ਦੇ ਨਾਲ ਅਗਰ ਆਪਾਂ ਘੰਟਿਆਂ ਦੇ ਵਿੱਚ ਅਗਰ ਇਸ ਨੂੰ ਕਨਵਰਟ ਕਰਨਾ ਹੋਏ, ਬਦਲਣਾ ਹੋਏ, ਤੇ ਸਾਨੂੰ ਸਮਝ ਆਏਗੀ ਇੱਕ ਪਹਿਰ ਅਗਰ 3 ਘੰਟੇ ਦਾ ਹੈ ਤੇ 8 ਪਹਿਰ ਕਿੰਨੇ ਘੰਟੇ ਦੇ ਹੋ ਜਾਣਗੇ? 24 ਘੰਟੇ ਦੇ। ਯਾਨੀ ਕਿ ਇੱਥੇ 24 ਘੰਟੇ ਦੀ ਗੱਲ ਕੀਤੀ ਜਾ ਰਹੀ ਹੈ ਕਿ 8 ਪਹਿਰ ਭਾਵ 24 ਘੰਟੇ, ਯਾਨੀ ਕਿ ਹਰ ਵੇਲੇ ਹਰ ਦਮ ਨਾਨਕ ਗੁਰ ਜਾਪ। ਉਸ ਸੱਚੇ ਗੁਰੂ ਦਾ ਜਾਪ ਕਰ, ਭਾਵ ਉਸ ਨੂੰ ਜਪ। ਹੁਣ ਜਪਣ ਦੀ ਕਹਿ ਸਕਦੇ ਹਾਂ ਕਿ ਆਪਾਂ, ਕਿ ਜ਼ਰੂਰੀ ਨਹੀਂ ਕਿ ਅਗਰ ਅਸੀਂ ਰਸਨਾ ਦੇ ਨਾਲ ਬੋਲ ਰਹੇ ਹਾਂ ਤਾਂ ਹੀ ਜਪ ਰਹੇ ਹਾਂ। ਜੇ ਅਸੀਂ ਉਸ ਨੂੰ ਕਹਿ ਸਕਦੇ ਹਾਂ ਕਿ ਅਗਰ ਅਸੀਂ ਮਨ ਵਿੱਚ ਧਾਰਿਆ ਹੋਇਆ ਹੈ, ਕਹਿ ਲਓ, ਭਾਵ ਸਾਡੇ ਚਿੱਤ ਵਿੱਚ ਹੈ, ਅਸੀਂ ਕੋਈ ਵੀ ਕੰਮ ਕਰ ਰਹੇ ਹਾਂ, ਧਿਆਨ ਸਾਡਾ ਗੁਰੂ ਵੱਲ ਹੈ, ਤੇ ਕਿਤੇ ਨਾ ਕਿਤੇ ਅਸੀਂ ਇਸ ਨੂੰ ਜਪ ਰਹੇ ਹਾਂ। ਇਸੀ ਤਰੀਕੇ ਨਾਲ ਹੁਣ ਅਗਰ ਜੇਵਾ ਅਸੀਂ ਕਹੀਏ ਤਾਂ ਜੇਵਾ ਤਾਂ 24 ਘੰਟੇ ਨਹੀਂ ਬੋਲ ਸਕਦੀ ਨਾ, ਕਿਉਂਕਿ ਸਾਨੂੰ ਬਈ ਅਸੀਂ ਸੰਸਾਰਕ ਜੀਵ ਆ, ਤੇ ਹਰ ਤਰੀਕੇ ਦੇ ਸਾਨੂੰ ਪੂਰੇ ਦਿਨ ਵਿੱਚ ਕੋਈ ਨਾ ਕੋਈ ਕੰਮ ਹਰ ਕਿਸੇ ਨੂੰ ਕਰਨੇ ਪੈਂਦੇ ਆ। ਪਰ ਇਹ ਵੀ ਇੱਕ ਉਹਦਾ ਜਪਨ ਹੈ ਜਦ ਅਸੀਂ ਉਸ ਨੂੰ ਚਿੱਤ ਚੇਤੇ ਵਿੱਚ ਲੈ ਜਾਂਦੇ ਹਾਂ। ਕਈ ਵਾਰ ਅਸੀਂ ਇਹ ਗੱਲ ਥੋੜ੍ਹਾ ਜਿਹਾ ਐਗਜ਼ਾਮਪਲ ਵੀ ਸਮਝ ਸਕਦੇ ਹਾਂ ਇਸ ਚੀਜ਼ ਦਾ। ਜਿਵੇਂ ਮੰਨ ਲਓ ਕਈ ਵਾਰ ਕੋਈ, ਕਿਉਂਕਿ ਜਿਵੇਂ ਛੋਟੇ ਬੱਚੇ ਹੈ ਨਾ, ਉਸਨੇ ਕੋਈ ਗੱਲ ਸੁਣ ਲਿੱਤੀ ਤੇ ਕਈ ਵਾਰ ਕੀ ਕਰਦਾ, ਉਹ ਪਿੱਛੇ ਰਿਪੀਟ ਕਰਨ ਲੱਗ ਜਾਂਦਾ, ਰਟਣ ਲੱਗ ਜਾਂਦਾ। ਤੇ ਕਈ ਵਾਰ ਕੋਈ ਕੰਮ ਕਰ ਰਿਹਾ ਹੁੰਦਾ ਹੈ, ਕੰਮ ਕੋਈ ਹੋਰ ਕਰ ਰਿਹਾ ਹੁੰਦਾ, ਪਰ ਉਹਦੇ ਮੂੰਹ ਤੇ ਉਹ ਗੱਲ ਹੁੰਦੀ ਹੈ, ਤੁਕ ਹੁੰਦੀ ਹੈ ਜੋ ਉਸਨੇ ਸੁਣੀ, ਉਸ ਨੂੰ ਉਹ ਜਾਣੇ ਜਾਣੇ ਵਿੱਚ ਕਈ ਵਾਰ ਗੁਣਗੁਣਾ ਰਿਹਾ ਹੁੰਦਾ ਜਾਂ ਕਈ ਵਾਰ ਕਹਿ ਰਿਹਾ ਹੁੰਦਾ ਹੈ ਨਾ। ਇਸੇ ਤਰੀਕੇ ਨਾਲ ਕਈ ਵਾਰ ਸਾਡੇ ਨਾਲ ਵੀ ਹੋਇਆ ਹੋਵੇਗਾ। ਤੇ ਮੰਨ ਲਓ ਅਸੀਂ ਕਿਸੇ ਕੀਰਤਨ ਦਰਬਾਰ ਤੇ ਗਏ ਤੇ ਕੋਈ ਸ਼ਬਦ ਸਾਨੂੰ ਸੁਣਿਆ, ਸਾਨੂੰ ਚੰਗਾ ਲੱਗਿਆ, ਤੇ ਹੁਣ ਅਸੀਂ ਕਈ ਵਾਰ ਮੰਨ ਲਓ ਹੁਣ ਕੋਈ ਘਰ ਭਾਂਡੇ ਮਾਂਜ ਰਿਹਾ, ਤੇ ਲੇਕਿਨ ਉਹਦੇ ਦਿਮਾਗ ਵਿੱਚ ਕੀ ਚੱਲ ਰਿਹਾ ਜੀ, ਜੋ ਸ਼ਬਦ ਸੰਗਤ ਵਿੱਚੋਂ ਸੁਣ ਕੇ ਆਇਆ ਸੀ ਉਹ ਸ਼ਬਦ ਚੱਲ ਰਿਹਾ ਹੈ ਨਾ। ਤੇ ਕਈ ਵਾਰ ਉਹ ਰਸਨਾ ਤੋਂ ਬੋਲ ਵੀ ਰਿਹਾ ਹੁੰਦਾ, ਕਈ ਵਾਰ ਨਹੀਂ ਬੋਲ ਰਿਹਾ ਹੁੰਦਾ, ਲੇਕਿਨ ਮਨ ਵਿੱਚ ਹੀ ਉਸਨੂੰ ਕਹਿ ਸਕਦੇ ਹਾਂ ਕਿ ਯਾਦ ਕਰ ਰਿਹਾ ਹੁੰਦਾ, ਗੁਣਗੁਣਾ ਰਿਹਾ ਹੁੰਦਾ। ਤੇ ਇਹ ਕੀ ਹੋ ਗਿਆ ਕਿ ਅਸੀਂ ਜਾਣੇ ਅਣਜਾਣੇ ਵਿੱਚ ਕਿਤੇ ਨਾ ਕਿਤੇ ਉਸ ਨੂੰ ਜਪ ਰਹੇ ਹਾਂ, ਉਸ ਦੀ ਯਾਦ ਵਿੱਚ ਹਾਂ। ਤੇ ਇਹ ਵੀ ਇੱਕ ਕਿਸਮ ਦਾ ਜਾਪ ਹੈ। ਤੇ ਗੁਰਬਾਣੀ ਜਿਹੜੀ ਹੈ ਇਸ ਤਰੀਕੇ ਨਾਲ ਸਾਨੂੰ ਸਮਝਾਉਂਦੀ ਹੈ ਕਿ
ਅੱਠੇ ਪੈਰ ਯਾਨੀ ਕਿ 24 ਘੰਟੇ ਸਾਨੂੰ ਉਸ ਅਕਾਲ ਪੁਰਖ ਨੂੰ, ਉਸ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਚਿੱਤ ਚੇਤੇ ਵਿੱਚ ਰੱਖਣਾ ਚਾਹੀਦਾ ਹੈ। ਤੇ ਉਮੀਦ ਹੈ ਜੋ ਗੁਰਬਾਣੀ ਵਿਚਾਰ ਅੱਜ ਗੁਰੂ ਸਾਹਿਬ ਨੇ ਸਿਰ ਤੇ ਮੇਰੇ ਪਰ ਹੱਥ ਰੱਖ ਕੇ ਸੇਵਾ ਲਿੱਤੀ ਹੈ, ਆਪ ਸਭ ਨੇ ਕਹਿ ਸਕਦੇ ਹਾਂ ਕਿ ਵਿਚਾਰ ਜਿਹੜੀ ਹੈ ਧਿਆਨ ਨਾਲ ਸੁਣੀ ਹੋਏਗੀ। ਤੇ ਇੱਕ ਹੋਰ ਬੇਨਤੀ ਹੈ ਜੀ ਕਿ ਜਿਹੜੇ ਵੀ ਮੇਰੇ ਵੀਰ ਭੈਣ ਇਹ ਵੀਡੀਓ ਨੂੰ ਸੁਣਦੇ ਹਨ, ਕਿਉਂਕਿ ਨਾ ਸੱਚ ਗੱਲ ਦੱਸਾਂ, ਜੋ ਮੇਰਾ ਆਪਣਾ ਮੰਨਣਾ ਹੈ ਕਿ ਅਸੀਂ ਕੋਈ ਮਸ਼ੀਨ ਨਹੀਂ ਹਾਂ ਕਿ ਹਾਂਜੀ ਸਾਨੂੰ ਕਿਸੇ ਨੇ ਸਮਝਾਇਆ ਤੇ ਹੋਰ ਅਸੀਂ ਕੋਈ ਅਜਿਹਾ ਬਟਨ ਦਬਾਇਆ ਜੀ ਹਾਂਜੀ ਅਸੀਂ ਕੀ ਸੁਣਿਆ ਸੀਗਾ ਤੇ ਅਸੀਂ ਕਦੇ ਵੀ ਹਮੇਸ਼ਾ ਲਈ ਉਸ ਨੂੰ ਯਾਦ ਰੱਖ ਸਕਦੇ ਹਾਂ। ਬਿਲਕੁਲ ਜਿਵੇਂ ਹੁਣ ਬੱਚਾ ਅਗਰ 5ਵੀਂ ਕਲਾਸ ਵਿੱਚ ਹੈ, ਉਹਨੂੰ ਪੁੱਛੀਏ ਬਈ ਤੂੰ ਦੂਜੀ 'ਚ ਕੀ ਪੜ੍ਹਿਆ ਸੀ, ਕਿਹੜੀ ਕਿਤਾਬਾਂ ਸੀਗੀਆਂ, ਤੇ ਕਈ ਵਾਰ ਉਹ ਕਿਤਾਬਾਂ ਦੇ ਨਾਮ ਵੀ ਭੁੱਲਿਆ ਹੁੰਦਾ ਹੈ ਤੇ ਸਿਲੇਬਸ ਤੇ ਬੜੀ ਦੂਰ ਦੀ ਗੱਲ ਹੈ ਉਹਨੂੰ ਯਾਦ ਰਹੇ। ਇਸ ਤਰੀਕੇ ਨਾਲ ਇਹ ਸਾਨੂੰ ਬਾਰ-ਬਾਰ ਜਿਹੜਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਸਾਨੂੰ ਬਾਰ-ਬਾਰ ਨਾਮ ਜਪਣਾ ਹੈ, ਬਾਰ-ਬਾਰ ਗੁਰਬਾਣੀ ਦੀ ਵਿਚਾਰ ਕਰਨੀ ਹੈ ਤੇ ਬਾਰ-ਬਾਰ ਸਾਨੂੰ ਜਿਹੜਾ ਹੈ ਉਹ ਸ਼ਬਦ ਜਿਹੜਾ ਹੈ ਉਹ ਸੁਣਨਾ ਪਏਗਾ, ਤਾਂ ਕਿ ਕਿਤੇ ਇੱਕ ਵਾਰੀ ਸਾਡੇ ਹਿਰਦੇ ਵਿੱਚ, ਸਾਡੇ ਮਨ ਵਿੱਚ ਕੋਈ ਇੱਕ ਗੱਲ ਵੀ ਕੋਈ ਚੰਗੀ ਵਸ ਗਈ ਤੇ ਸਮਝ ਲੈਣਾ ਉਸ ਸ਼ਬਦ ਦੀ ਵਿਚਾਰ ਸਫਲੀ ਹੋ ਗਈ। ਇਸੇ ਤਰੀਕੇ ਨਾਲ ਜਿਵੇਂ ਹੁਣ ਇਸ ਹਫਤੇ 5 ਵੀਡੀਓਜ਼, ਇਹ 5ਵੀਂ ਵੀਡੀਓ ਅਪਲੋਡ ਹੋਈ ਹੈ ਤੇ ਆਈ ਬਲੀਵ ਆਪ ਜੀ ਨੇ ਪਹਿਲੀ 4 ਵੀ ਜ਼ਰੂਰ ਸੁਣੀਆਂ ਹੋਣਗੀਆਂ। ਪਰ ਸਾਨੂੰ ਕੀ ਕਰਨਾ ਹੈ ਜੀ, ਸਾਨੂੰ ਇਸ ਨੂੰ ਆਪਣੇ ਨਿਤਨੇਮ ਦਾ ਹਿੱਸਾ ਬਣਾ ਲਿਆ ਸੀ ਕਿ ਰੋਜ਼ ਆਪਾਂ ਕੁਝ ਸਮਾਂ ਕੱਢ ਕੇ ਜਦ ਵੀ ਸਾਨੂੰ ਸਮਾਂ ਮਿਲੇ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਦੁਬਾਰਾ ਸੁਣਨ ਦੀ ਕੋਸ਼ਿਸ਼ ਕਰੀਏ ਤੇ ਕੋਈ ਵੀ ਇੱਕ ਗੱਲ ਪੱਲੇ ਬਣਨ ਦੀ ਕੋਸ਼ਿਸ਼ ਕਰੀਏ, ਤਾਂ ਹੀ ਇਹ ਜੇ ਉਪਰਾਲਾ ਜੋ ਕੀਤਾ ਹੈ ਉਹ ਸਫਲ ਹੈ। ਉਮੀਦ ਹੈ ਗੱਲ ਪਕੜ ਵਿੱਚ ਆਈ ਹੋਏਗੀ ਜੀ। ਭੁੱਲਾ ਚੁੱਕਾ ਦੀ ਖਿਮਾ, ਪਿਆਰ ਨਾਲ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।